ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਣ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਬਖਿਆਣ। ਗੁਰ ਨਾਨਕ ਪਦ ਪੰਕਜ ਬੰਧਨ, ਪਦ ਪੰਕਜ ਬੰਧਨ। ਸਿਮਰੋ ਅੰਗਦ ਦੁਖ ਨਿਕੰਦਨ, ਗੁਰ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਗੁਰ ਰਾਮਦਾਸ ਗੁਣ ਗਾਉ, ਗੁਰ ਅਰਜਨ ਬਿਘਨ ਨ ਕੇ ਨਾਸਕ, ਬਿਘਨ ਨ ਕੇ ਨਾਸਕ। ਗੁਰ ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਾਮ ਓੰਕਾਰ ਜੋਰੀ, ਨਾਮ ਓੰਕਾਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਾਉਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰ ਗੋਬਿੰਦ ਸਿੰਘ ਬਿਸਾਲਾ, ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਇਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਣ ਸੋਏ। ਇਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਣ ਸੋਏ। ਵਾਹਿਗੁਰੂ ਜੀ
ਇੱਕ ਦਿਨ ਵਹਿਰ ਗਇਓ ਹਿਤਦਾਰ, ਬੀਨ ਬੀਨ ਕਰ ਬੰਦਿਓ ਭਾਰ। ਨਹਿ ਪਹੁੰਚਿਓ ਉਠਾਵਣ ਵਾਰੋ, ਕਟੇ ਚਾਰ ਵੱਧ ਲੱਗੀ ਅਵਾਰੋ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ, ਜੁਗੋਂ ਜੁਗ ਅਟਲ ਸਤਿਗੁਰੂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਦਿਨ ਵਹਿਰ ਗਇਓ ਹਿਤਦਾਰ, ਬੀਨ ਬੀਨ ਕਰ ਬੰਦਿਓ ਭਾਰ। ਕਵਿਰਾਜ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਜਿਵੇਂ ਕੱਲ੍ਹ ਪਿਛਲੇ ਪ੍ਰਕਰਨਾਂ ਵਿੱਚ ਆਪ ਜੀ ਨੇ ਸਰਵਣ ਕੀਤਾ, ਧੰਨ ਗੁਰੂ ਅਰਜਨ ਦੇਵ ਜੀ ਨੇ ਭਾਈ ਮੰਝ ਨੂੰ ਕੋਲ ਬੁਲਾਇਆ ਔਰ ਬਚਨ ਕਹੇ, ਭਾਈ ਮੰਝ ਕਿ ਸਾਡੀ ਸਿੱਖੀ ਧਾਰਨ ਕਰਕੇ ਤੂੰ ਆਪਣਾ ਮਾਲ ਡੰਗਰ ਵੀ ਗਵਾ ਬੈਠਾ, ਚੌਧਰ ਵੀ ਗਵਾ ਬੈਠਾ, ਇੱਥੋਂ ਤੱਕ ਘਰ ਵੀ ਗਵਾ ਲਿਆ। ਧੀ ਦਾ ਰਿਸ਼ਤਾ ਜਿਹੜਾ ਉਹ ਪੈਸੇ ਲੈ ਕੇ ਕੀਤਾ, ਘਰ ਵਾਲੀ ਨੂੰ ਵੀ ਗਹਿਣੇ ਪਾ ਦਿੱਤਾ ਕਿ ਸਾਲ 2 ਸਾਲ ਕੇ ਪਤਾ ਨਹੀਂ 3 ਸਾਲ, ਜਦੋਂ ਤੱਕ ਪੈਸੇ ਪੂਰੇ ਨਹੀਂ ਹੋਣਗੇ ਘਰ ਵਾਲੀ ਨੇ ਕਿਸੇ ਦੇ ਘਰ ਗੋਇਆ ਕੂੜਾ ਕਰਨਾ ਹੈ। ਤੇ ਭਾਈ ਮੰਝ ਹਜੇ ਵੀ ਤੇਰੇ ਕੋਲ ਸਮਾਂ, ਜਾ ਕੇ ਆਪਣੇ ਪੀਰ ਨੂੰ ਮਨਾ ਲਾ। ਲੋਕ ਕਹਿੰਦੇ ਨੇ ਪੀਰ ਨਾਰਾਜ਼ ਹੋ ਗਿਆ, ਤਾਂ ਸਾਰਾ ਕੁਝ ਚਲਾ ਗਿਆ ਹੈ। ਇਹ ਆਪ ਜੀ ਨੇ ਸਾਰਾ ਸਰਵਣ ਕੀਤਾ। ਭਾਈ ਮੰਝ ਨੇ ਇੱਕੋ ਗੱਲ ਕਹੀ, ਸਤਿਗੁਰੂ ਜੀ ਕਿ ਹੁਣ ਤੇ ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ ਹੁਣ ਭਾਵੇਂ ਜਾਨ ਤੇ ਕੱਢ ਲੈ, ਪਰ ਸਤਿਗੁਰੂ ਜੀ ਹੁਣ ਇਹ ਸਿੱਖੀ ਛੱਡੀ ਜਾ ਨਹੀਂ ਸਕਦੀ। ਇਹਨੇ ਬਚਨ ਬਲਾਸ ਕਰਕੇ ਭਾਈ ਮੰਝ ਚਲੇ ਗਏ ਸਨ। ਹੁਣ ਅੱਗੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਦਿਨ ਇਸੇ ਤਰ੍ਹਾਂ ਸੇਵਾ ਕਰਦੇ ਆ, ਭਾਈ ਮੰਝ ਬੜੇ ਪਿਆਰ ਦੇ ਨਾਲ ਜੰਗਲਾਂ ਦੇ ਵਿੱਚ ਲੱਕੜਾਂ ਲੈਣ ਵਾਸਤੇ ਹਰ ਰੋਜ਼ ਦੀ ਤਰ੍ਹਾਂ ਗਏ। ਸੁੱਕੀਆਂ ਲੱਕੜਾਂ ਚੁਣ ਚੁਣ ਕੇ ਇੱਕ ਪੰਡ ਬੰਨ੍ਹ ਲਈ। ਨਹਿ ਪਹੁੰਚਿਓ ਉਠਾਵਣ ਵਾਰੋ, ਕਟੇ ਚਾਰ ਵੱਧ ਲੱਗੀ ਅਵਾਰੋ। ਹੁਣ ਹਰ ਰੋਜ਼ ਦੇ ਸਮੇਂ ਦੀ ਤਰ੍ਹਾਂ ਸ਼ਾਮ ਨੂੰ ਪੰਡ ਤੇ ਬੰਨ੍ਹ ਲਈ, ਪਰ ਕੋਈ ਨਾ ਕੋਈ ਆਵੇ ਤੇ ਪੰਡ ਚੁਕਾਏ। ਅੱਜ ਕੋਈ ਚੁਕਾਉਣ ਵਾਲਾ ਮਿਲਿਆ ਨਹੀਂ, ਕੋਈ ਆਇਆ ਹੀ ਨਹੀਂ। ਇਸ ਕਰਕੇ 4 ਕੁ ਘੜੀਆਂ ਜਿਹੜਾ ਟਾਈਮ ਸੀ ਉਹ ਭਾਈ ਮੰਝ ਨੂੰ ਉੱਥੇ ਵੱਧ ਲੱਗ ਗਿਆ, ਇੰਤਜ਼ਾਰ ਕਰਦਾ ਰਿਹਾ ਕਦੋਂ ਕੋਈ ਆਵੇ ਤੇ ਪੰਡ ਚੁਕਾਏ। ਧਰ ਸਿਰ ਪਾਰ ਜਬ ਪੁਰ ਕੋ ਗਮਨਾ, ਉੱਠੇ ਅੰਧੇਰੇ ਭੇਖਣ ਪਵਣਾ। 4 ਕੁ ਘੜੀਆਂ ਬਾਅਦ ਕੋਈ ਆਇਆ। ਪੰਡ ਜਿਹੜੀ ਸੀ ਭਾਈ ਮੰਝ ਦੇ ਸਿਰ ਤੇ ਰਖਾਈ। ਭਾਈ ਮੰਝ ਨੇ ਪੰਡ ਚੁੱਕੀ ਤੇ ਨਗਰ ਵੱਲ ਨੂੰ ਚੱਲ ਪਿਆ, ਪਰ ਉਦੋਂ ਅਚਾਨਕ ਬੜੀ ਤੇਜ਼ ਹਵਾ ਚੱਲੀ, ਹਨੇਰੀ ਚੱਲੀ। ਕੰਕਰ ਸਿਕਤਾ ਖੈਂਚਤ ਬਹਿਓ, ਅੰਧਕਾਰ ਕੁਛ ਜਾਏ ਨਾ ਲਹਿਓ। ਹੁਣ ਹਨੇਰੀ ਇੰਨੀ ਤੇਜ਼ ਸੀ ਕਿ ਜਿੱਥੇ ਮਿੱਟੀ ਉੱਡਦੀ ਹੈ, ਹਨੇਰੀ ਛੋਟੇ ਛੋਟੇ ਪੱਥਰ ਕੰਕਰ ਜਿਹੜੇ ਨੇ ਉਹਨਾਂ ਨੂੰ ਵੀ ਉਡਾਉਂਦੀ ਹੈ। ਇੰਨੀ ਤੇਜ਼ ਹੈ ਕਿ ਕਿਸੇ ਦਾ ਕੋਈ ਵਸ ਨਹੀਂ ਚੱਲਦਾ, ਸਾਰੇ ਪਾਸੇ ਹਨੇਰਾ ਪੈ ਗਿਆ। ਸਨਮੁਖ ਪਾਉਣ ਹਟਾਏ ਪਿਛਾਰੀ, ਭਾਰ ਸੰਭਾਰਤ ਗਮਹੇ ਅਗਾਰੀ। ਹੁਣ ਜਦੋਂ ਹਵਾ ਚੱਲਦੀ ਆਪ ਜੀ ਵੇਖਦੇ ਹੋ ਕਿ ਬੰਦਾ ਤੇ ਕੀ ਚੀਜ਼ ਹੈ। ਤੇਜ਼ ਹਵਾ ਹੋਵੇ ਉਹ ਵੱਡੇ ਵੱਡੇ ਰੁੱਖਾਂ ਨੂੰ ਡੇਗ ਦਿੰਦੀ ਹੈ। ਹਵਾ ਅੱਗੋਂ ਸਾਹਮਣੇ ਹੈ। ਭਾਈ ਮੰਝ ਨੂੰ ਹਵਾ ਪਿੱਛੇ ਤੱਕਦੀ ਹੈ, ਪਰ ਭਾਈ ਮੰਝ ਜਿਹੜਾ ਪੰਡ ਨੂੰ ਸੰਭਾਲਦਾ, ਪੰਡ ਨਹੀਂ ਡਿੱਗਣ ਦਿੰਦਾ। ਔਰ ਜਿੰਨਾ ਜ਼ੋਰ ਹੈ ਪੂਰਾ ਜ਼ੋਰ ਲਾ ਕੇ ਹੌਲੀ ਹੌਲੀ ਅੱਗੇ ਨੂੰ ਚੱਲ ਰਿਹਾ ਹੈ। ਉੱਠੇ ਧੂਰ ਅੰਖਣ ਮਹਿਸ਼ਾਈ,
ਚਲਤੇ ਹੋ ਨਾ ਕੈਸੇ ਪਰੇ ਦਿਸਾਈ। ਜਿਵੇਂ ਕਿਵੇਂ ਕਰਕੇ ਪੰਡ ਨੂੰ ਤੇ ਸੰਭਾਲਿਆ, ਡਿੱਗਣ ਨਹੀਂ ਦਿੱਤਾ। ਪਰ ਮਿੱਟੇ ਘੱਟਾ ਇੰਨਾ ਉੱਡਿਆ ਕਿ ਅੱਖ ਮਾੜੀ ਜਿਹੀ ਖੋਲ੍ਹ ਕੇ ਅੱਗੇ ਵੇਖਣਾ ਸੀ ਕਿ ਜਦੋਂ ਅੱਗੇ ਵੇਖਣ ਦਾ ਯਤਨ ਕੀਤਾ, ਅੱਖਾਂ ਖੋਲ੍ਹੀਆਂ, ਅੱਖਾਂ 'ਚ ਮਿੱਟੀ ਪੈ ਗਈ, ਕੱਟਾ ਪੈ ਗਿਆ। ਹੁਣ ਅੱਖ ਖੁੱਲ੍ਹਦੀ ਨਹੀਂ, ਅੱਗੋਂ ਕੁਛ ਨਜ਼ਰ ਨਹੀਂ ਆਉਂਦਾ। ਪਾਏ ਪੰਥ ਪਾਵੇ ਵਿਦ ਜਾਹੇ, ਚਲਿਓ ਜਾਏ ਬੜ ਸੰਕਟ ਬਾਹੇ। ਔਰ ਸੰਕਟ ਬੜਾ ਵੱਡਾ, ਇੱਕ ਹਨੇਰੀ ਉੱਤੋਂ ਸਿਰ 'ਤੇ ਪਾਰ। ਅਤੇ ਤੀਜਾ ਗੱਲ, ਅੱਖਾਂ ਦੇ ਵਿੱਚ ਮਿੱਟੀ ਇੰਨੀ ਪਈ ਕਿ ਅੱਖਾਂ ਨਹੀਂ ਖੁੱਲ੍ਹਦੀਆਂ। ਪਰ ਭਾਈ ਮੰਝ ਫਿਰ ਵੀ ਰਸਤਾ, ਕਿਉਂਕਿ ਉਹ ਚੜ੍ਹਿਆ ਹੋਇਆ ਸੀ, ਉਸ ਪਾਸੇ ਨੂੰ ਪੈਰ ਅੱਗੇ ਰੱਖਦਾ ਹੋਇਆ ਚੱਲਦਾ ਗਿਆ। ਉਤੋਂ ਕੂਪ ਥੋਰੋ ਜਹ ਪਾਣੀ, ਭਇਓ ਤਿਮਰ ਕਸ਼ ਪਰੇ ਨਾ ਜਾਣੀ। ਅੱਗੇ ਖੂਹ ਸੀ, ਪਰ ਕੁਦਰਤੀ ਉਹਦੇ ਵਿੱਚ ਪਾਣੀ ਥੋੜ੍ਹਾ ਹੈ। ਹਨੇਰੇ ਕਰਕੇ ਉਹ ਖੂਹ ਪਤਾ ਹੀ ਨਹੀਂ ਲੱਗਿਆ ਕਿ ਅੱਗੇ ਰਾਹ ਦੇ ਵਿੱਚ ਖੂਹ ਆ ਗਿਆ ਹੈ। ਗਿਰਿਓ ਮੰਝ ਤਿਸਕੇ ਵਿੱਚ ਜਾਏ, ਸਿਰ ਪਰ ਸ਼ੁਸ਼ਕ ਕਾਠ ਸਮੁਦਾਏ। ਭਾਈ ਮੰਝ ਉਸ ਖੂਹ ਦੇ ਵਿੱਚ ਡਿੱਗ ਗਿਆ। ਲੱਕ ਲੱਕ ਪਾਣੀ ਹੈ, ਪਰ ਭਾਈ ਮੰਝ ਖੂਹ ਦੇ ਵਿੱਚ ਡਿੱਗਿਆ ਵੀ ਤੇ ਲੱਕੜਾਂ ਫਿਰ ਸਿਰ ਤੋਂ ਥੱਲੇ ਨਹੀਂ ਡਿੱਗਣ ਦਿੱਤੀਆਂ। ਲੱਕੜਾਂ ਫਿਰ ਵੀ ਸਿਰ 'ਤੇ ਸੰਭਾਲ ਕੇ ਰੱਖੀਆਂ। ਭਾਰ ਸੰਭਾਰਿਓ ਸਿਰ ਪਰ ਰੱਖਿਓ, ਭੀਜ ਨਾ ਜਾਏ ਨੇਰ 'ਤੇ ਲਖਿਓ। ਭਾਈ ਮੰਝ ਨੂੰ ਇਹ ਚਿੰਤਾ ਨਹੀਂ ਕਿ ਮੈਂ ਵਿੱਚ ਡਿੱਗ ਗਿਆ, ਨਿਕਲਾਂ ਕਿਵੇਂ। ਭਾਈ ਮੰਝ ਨੂੰ ਚਿੰਤਾ ਇਹ ਹੈ ਕਿ ਕਿਤੇ ਲੱਕੜਾਂ ਥੱਲੇ ਡਿੱਗ ਗਈਆਂ ਤੇ ਭਿੱਜ ਨਾ ਜਾਣ, ਲੱਕੜਾਂ ਨਾ ਭਿੱਜਣ, ਲੱਕੜਾਂ ਸੁੱਕੀਆਂ ਰਹਿਣ। ਅਟਕੇ ਲੰਗਰ ਇੰਧਨ ਬਿਨਾ, ਮੋਕੋ ਦੋਸ਼ ਹੋਏ ਹੈ ਘਣਾ। ਹੁਣ ਇਹ ਭਾਈ ਮੰਝ ਦਾ ਪਿਆਰ ਹੈ। ਉਹ ਵਿਚਾਰ ਕਰਦਾ ਕਿਤੇ ਨਾ ਹੋਵੇ ਕਿ ਲੱਕੜਾਂ ਤੋਂ ਬਿਨਾ ਲੰਗਰ ਦਾ ਕਾਰਜ ਰੁਕ ਜੇ, ਕਿਉਂਕਿ ਆਪ ਵੀ ਜਾਣਦੇ ਹੋ ਜਿੱਥੇ ਕਾਰ ਸੇਵਾ ਚੱਲਦੀ ਹੋਵੇ ਲੱਕੜਾਂ ਦੀ ਕਮੀ ਕੋਈ ਨਹੀਂ ਹੁੰਦੀ। ਮਹੀਨੇ ਕਈ ਮਹੀਨੇ ਦਾ ਐਡਵਾਂਸ ਇਕੱਠਾ ਕੀਤਾ ਹੁੰਦਾ ਹੈ। ਪਰ ਭਾਈ ਮੰਝ ਦਾ ਪਿਆਰ ਹੈ ਕਿ ਕਿਤੇ ਮੇਰੇ ਕਰਕੇ ਇਹਨਾਂ ਲੱਕੜਾਂ ਕਰਕੇ ਲੰਗਰ ਦਾ ਕੰਮ ਰੁਕ ਨਾ ਜਾਏ। ਖਰੋ ਕੂਪ ਮੈਂ ਬਾਰ ਮਝਾਰ, ਸਿਮਰੇ ਕਿਮ ਹੋਏ ਗੁਰਨ ਆਹਾਰ। ਭਾਈ ਮੰਝ ਹੁਣ ਖੂਹ ਦੇ ਵਿੱਚ ਖੜਾ, ਸਿਰ ਦੇ ਉੱਤੇ ਲੱਕੜਾਂ ਨੇ ਭਾਰ ਹੈ। ਭਾਈ ਮੰਝ ਧੰਨ ਨੇ, ਭਾਈ ਮੰਝ ਉਹ ਗੁਰੂ ਸਾਹਿਬ ਦਾ ਸਿਮਰਨ ਕਰਦੇ ਨੇ ਕਿ ਗੁਰੂ ਸਾਹਿਬ ਦਾ ਲੰਗਰ ਕਿਵੇਂ ਤਿਆਰ ਹੋਵੇਗਾ। ਲੰਗਰ ਵਾਸਤੇ ਤੇ ਮੈਂ ਬਾਲਣ ਦੇਣਾ ਰੋਜ਼ ਲਿਜਾ ਕੇ, ਤੇ ਜਿਹੜਾ ਸਵੇਰੇ ਲੰਗਰ ਤਿਆਰ ਹੋਣਾ ਉਹ ਤਿਆਰ ਕਿਵੇਂ ਹੋਵੇਗਾ। ਪ੍ਰੇਮ ਰੰਗ ਇੱਕ ਘੁੰਮਤ ਗੁਰ ਕੈ, ਲੋਕ ਲਾਜ ਕੁਲ ਕਾਨ ਨਿਵਰ ਕੈ। ਬਸ ਭਾਈ ਮੰਝ ਦੇ ਅੰਦਰ ਸਿਰਫ ਤੇ ਸਿਰਫ ਗੁਰੂ ਦਾ ਪਿਆਰ ਹੈ। ਉਹਨੂੰ ਨਹੀਂ ਪਤਾ ਕਿ ਲੱਕੜਾਂ ਅੱਗੇ ਹੋਰ ਪਈਆਂ ਹੋਣਗੀਆਂ ਹੈ ਕਿ ਨਹੀਂ ਹੈ, ਪਰ ਇੰਨਾ ਪਤਾ ਕਿ ਲੱਕੜਾਂ ਮੈਂ ਲੈ ਕੇ ਆਉਣਾ, ਅਤੇ ਇਸ ਕਰਕੇ ਲੈ ਕੇ ਆਉਣਾ ਕਿ ਸੰਗਤਾਂ ਵਾਸਤੇ ਲੰਗਰ ਨਹੀਂ, ਇਸ ਕਰਕੇ ਲੈ ਕੇ ਆਉਣਾ ਕਿ ਸੰਗਤਾਂ ਦੇ ਵਿੱਚੋਂ ਗੁਰੂ ਸਾਹਿਬ ਨੇ ਆਪ ਲੰਗਰ ਛਕਣਾ ਹੈ, ਗੁਰੂ ਕਾ ਲੰਗਰ ਤਿਆਰ ਹੋਣਾ ਹੈ। ਧਨ ਤ੍ਰਿਆ ਤਨਜਾ ਸੁਤ ਕੋ ਤਿਆਗ, ਰਾਖਿਓ ਦ੍ਰਿੜ ਕਰ ਗੁਰ ਅਨੁਰਾਗ। ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਭਾਈ ਮੰਝ ਜੀ ਧੰਨ ਨੇ, ਜਿਨ੍ਹਾਂ ਨੇ ਧਨ ਪਦਾਰਥ ਵੀ ਤਿਆਗ ਦਿੱਤੇ, ਘਰ ਵਾਲੇ ਵੀ ਤਿਆਗ ਦਿੱਤੀ, ਪੁੱਤਰੀ ਵੀ ਇੱਕ ਤਰ੍ਹਾਂ ਤਿਆਗ ਕਰਕੇ ਆਏ ਨੇ। ਬੜਾ ਵੱਡਾ ਤਿਆਗ ਹੈ। ਪਰ ਜਿਹੜੀ ਸਿੱਖੀ ਹੈ ਉਹ ਆਪਣੇ ਅੰਦਰ ਸਿੱਖੀ ਅਤੇ ਸਿੱਖੀ ਦਾ ਪਿਆਰ ਉਹ ਬਿਲਕੁਲ ਦ੍ਰਿੜ ਕਰਕੇ ਰੱਖਿਆ ਹੋਇਆ ਹੈ। ਭੋਜਨ ਅਲਪ ਅੰਗ ਦੁਰਬਲ ਹੈ, ਗੁਰ ਪਗ ਪ੍ਰੇਮ ਧਰਿਓ ਬੜ ਬਲ ਹੈ। ਭਾਈ ਮੰਝ ਜੀ ਭੋਜਨ ਹੁਣ ਥੋੜ੍ਹਾ ਛਕਦੇ ਨੇ, ਕਿਉਂਕਿ ਗੁਰੂ ਸਾਹਿਬ ਦਾ ਹੁਕਮ ਹੋ ਗਿਆ ਸੀ ਨਾ, ਲੰਗਰ ਵਿੱਚੋਂ ਨਹੀਂ ਛਕਣਾ, ਮੰਗ ਕੇ ਵੀ ਨਹੀਂ ਛਕਣਾ। ਭਾਈ ਕਿਰਤ ਕਰਕੇ ਛਕਣਾ, ਮੰਗ ਕੇ ਛਕਿਆ ਤੇ ਫਿਰ ਕੀ ਫਾਇਦਾ ਹੋਇਆ। ਹੁਣ ਸਾਰਾ ਦਿਨ ਸੇਵਾ ਕਰਨੀ, ਕਦੋਂ ਕੋਈ ਕਿਰਤ ਕਰਦੇ ਹੋਣਗੇ। ਔਰ ਭਾਈ ਵੀਰ ਸਿੰਘ ਨੇ ਗੱਲ ਲਿਖੀ ਹੈ ਕਿ ਭਾਈ ਮੰਝ ਨੂੰ ਭਾਈ ਮੰਝ ਰਾਤ ਦੇ ਸਮੇਂ ਰੱਸੀਆਂ ਵੱਟਦੇ ਹੁੰਦੇ ਸਨ, ਵਾਣ। ਉਹਨਾਂ ਨੂੰ ਵੇਚ ਕੇ ਜਿੰਨਾ ਵੀ ਰਾਸ਼ਨ ਆਉਣਾ ਉਹਦੇ ਨਾਲ ਪ੍ਰਸ਼ਾਦਾ ਤਿਆਰ ਕਰਨਾ। ਅਤੇ ਫਿਰ ਗੁਰੂ ਸਾਹਿਬ ਦਾ ਹੁਕਮ ਸੀ 3 ਹਿੱਸੇ ਗੁਰੂ ਦੇ ਵਾਸਤੇ, ਲੋੜਵੰਦਾਂ ਨੂੰ ਉਹਨਾਂ ਨੂੰ ਛਕਾਉਣਾ, ਅਤੇ ਚੌਥਾ ਹਿੱਸਾ ਭਾਵੇਂ 4 ਹੀ ਫੁਲਕੇ ਬੰਨੇ
ਚਾਰਾਂ ਦੇ ਵਿੱਚੋਂ ਤਿੰਨ ਜਿਹੜੇ ਨੇ ਉਹ ਵੰਡਣੇ ਨੇ ਤੇ ਇੱਕ ਛਕਣਾ ਹੈ। ਦੇਖੋ, ਸਿੱਖਾਂ ਵਾਸਤੇ ਗੁਰੂ ਦਾ ਹੁਕਮ ਹੈ ਦਸਵੰਧ, ਪਰ ਭਾਈ ਮੰਝ ਵਾਸਤੇ ਹੁਕਮ ਸੀ 75%। ਇਹ ਲੋੜਵੰਦਾਂ ਨੂੰ ਦੇਣਾ ਫਿਰ ਛਕਣਾ ਹੈ। ਘੱਟ ਛਕਣ ਕਰਕੇ, ਖਾਣ ਕਰਕੇ ਸਰੀਰ ਬਹੁਤਾ ਕਮਜ਼ੋਰ ਸੀ, ਪਰ ਸਰੀਰ ਕਮਜ਼ੋਰ ਸੀ, ਪਿਆਰ ਅੰਦਰ ਬੜਾ ਤਗੜਾ ਸੀ। ਕਹਿੰਦੇ ਗੁਰ ਪਗ ਪ੍ਰੇਮ ਧਰਿਓ ਵੱਡ ਬਲ ਹੈ। ਉਸ ਪ੍ਰੇਮ ਦੇ ਅੰਦਰ ਬਲ ਸੀ, ਤਾਕਤ ਸੀ ਕਿ ਭਾਈ ਮੰਝ ਜੀ ਡੋਲੇ ਨਹੀਂ। ਕਰੇ ਪ੍ਰੇਮ ਨੇ ਖੈਂਚ ਵਿਸਾਲ, ਰਹੋ ਨਾ ਗਇਓ ਗੁਰੂ ਤਤਕਾਲ। ਔਰ ਭਾਈ ਮੰਝ ਦੇ ਅੰਦਰ ਜਿੰਨਾ ਪਿਆਰ ਸੀ ਨਾ, ਉਸ ਪਿਆਰ ਨੇ ਹੁਣ ਖਿੱਚ ਪਾਈ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਰੁਕਿਆ ਨਹੀਂ ਗਿਆ। ਤਤਕਾਲ ਉਸੇ ਵੇਲੇ ਚੱਲ ਪਏ। ਸੰਕਟ ਜਾਣ ਸਿੱਖ ਕੋਹ ਹੋਆ, ਕੂਪ ਬਾਰ ਸਿਰ ਭਾਰ ਖਰੋਵਾ। ਕਿਉਂਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਅੰਤਰਜਾਮੀ ਜਾਣ ਗਏ ਕਿ ਭਾਈ ਮੰਝ ਨੂੰ ਬੜਾ ਸੰਕਟ ਹੈ। ਖੂਹ ਵਿੱਚ ਡਿੱਗਿਆ, ਸਿਰ ਦੇ ਉੱਤੇ ਭਾਰ ਹੈ, ਭਾਰ ਥੱਲੇ ਲਾਉਂਦਾ ਵੀ ਨਹੀਂ। ਬੀਤੇ ਇਸੇ ਜਾਮਨੀ ਸਾਰੀ, ਖਰੋ ਰਹਿ ਨਹਿ ਭਾਰ ਉਤਾਰੀ। ਸਾਰੀ ਰਾਤ ਉਹਨੂੰ ਖੂਹ ਦੇ ਵਿੱਚ ਹੀ ਲੰਘੀ ਹੈ ਕਿ ਜਿੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਆਸਾ ਕੀ ਵਾਰ ਦੇ ਕੀਰਤਨ ਦੇ ਵਿੱਚ ਬੈਠਣਾ ਹੈ, ਸਤਿਗੁਰੂ ਜੀ ਉਦੋਂ ਖਿੱਚ ਪਈ ਕਿ ਸਾਰੀ ਰਾਤ ਭਾਈ ਮੰਝ ਖੂਹ ਦੇ ਵਿੱਚ ਕੱਢ ਦਿੱਤੀ, ਪਰ ਪੰਡ ਸਿਰ ਤੋਂ ਥੱਲੇ ਨਹੀਂ ਲਾਈ। ਉੱਠੇ ਕਿਰਪਾ ਨਿਤ ਗਮਣੇ ਐਸੇ, ਕੁੰਚਰ ਕੇ ਮੋਚਨ ਹਿਤ ਜੈਸੇ। ਕਹਿੰਦੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਤਰ੍ਹਾਂ ਉੱਠੇ ਨੇ। ਇੱਥੇ ਉਦਾਹਰਨ ਦਿੱਤੀ ਕਿ ਜਿਵੇਂ ਪਰਮੇਸ਼ਰ ਨੇ, ਅਕਾਲ ਪੁਰਖ ਨੇ ਹਾਥੀ ਨੂੰ ਜਾਂ ਹਾਥੀ ਦਾ ਦੁੱਖ ਦੂਰ ਕਰਨ ਵਾਸਤੇ ਆਪ ਚੱਲ ਕੇ ਆਏ ਸਨ ਤੰਦਵੇ ਦੀ ਤਾਰਾ ਕੱਟਣ ਲਈ, ਇਸੇ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੰਗੇ ਪਾਇਣ ਉਤਾਏ ਡਾਲਤ, ਹਰ ਪਰਾਏ ਨਹਿ ਵਸਤਰ ਸੰਭਾਲਤ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵਸਤਰ ਵੀ ਅੱਧੇ ਕੁ ਪਾਏ ਨੇ। ਸਿਰ 'ਤੇ ਜਿਹੜੀ ਦਸਤਾਰ, ਜਿਹੜਾ ਪਰਨਾ ਬੰਨ੍ਹਦੇ ਨੇ, ਉਹ ਵੀ ਬਸ ਚਲਦਿਆਂ ਚਲਦੇ ਲਪੇਟਿਆ ਹੈ। ਪੈਰਾਂ ਦੇ ਵਿੱਚ ਜੋੜਾ ਵੀ ਨਹੀਂ ਪਾਇਆ। ਕਹਿੰਦੇ ਨੰਗੇ ਪਾਇਣ ਉਤਾਇਨ ਡਾਲਤ, ਨੰਗੇ ਪੈਰੇ, ਔਰ ਕਿਸੇ ਨੂੰ ਦੱਸਿਆ ਵੀ ਨਹੀਂ, ਕਿਸੇ ਸਿੱਖ ਨੂੰ ਨਾਲ ਵੀ ਨਹੀਂ ਲਿਆ। ਧੰਨ ਗੁਰੂ ਅਰਜਨ ਦੇਵ ਜੀ ਤੇਜ਼ ਤੇਜ਼ ਚੱਲ ਕੇ ਘਰ ਦੇ ਵਿੱਚੋਂ ਬਾਹਰ ਨਿਕਲ ਗਏ। ਦਾਸ ਉਪਾਨੈ ਲੈ ਕਰ ਧਾਏ, ਕੇਤਕ ਧਾਏ ਮਿਲੇ ਸੰਗੇ ਆਏ। ਤੇ ਜਦੋਂ ਸਿੱਖਾਂ ਦੇ ਸੇਵਕਾਂ ਨੇ ਦੇਖਿਆ ਧੰਨ ਗੁਰੂ ਅਰਜਨ ਦੇਵ ਜੀ ਚੱਲੇ ਬਾਹਰ ਨੇ, ਪੈਰਾਂ ਦੇ ਵਿੱਚ ਜੋੜਾ ਕੋਈ ਨਹੀਂ। ਇੱਕ ਸੇਵਕ ਭੱਜ ਕੇ ਜੋੜਾ ਚੁੱਕਿਆ ਹੈ, ਭੱਜ ਕੇ ਗੁਰੂ ਸਾਹਿਬ ਦੇ ਪਿੱਛੇ ਗਿਆ, ਜਾ ਕੇ ਜੋੜਾ ਦਿੱਤਾ। ਸਤਿਗੁਰੂ ਜੀ ਚੱਪਲਾਂ ਤੇ ਪਾਓ, ਜੋੜਾ ਤੇ ਪਾਓ। ਦਾਮਣ ਆਨਹੋ ਹੁਕਮ ਕਰਨ ਤੇ, ਤਹਿ ਸਤਿਗੁਰ ਪਹੁੰਚੇ ਉਤਲਨ ਤੇ। ਸਤਿਗੁਰੂ ਜੀ ਕਹਿੰਦੇ ਨੇ ਭਾਈ ਜੋੜਾ ਛੱਡੋ, ਰਹਿਣ ਤੇ ਤੁਸੀਂ ਜਾਓ, ਭੱਜ ਕੇ ਰੱਸੀ ਲੈ ਕੇ ਆਓ। ਇੱਕ ਰੱਸੇ ਦੀ ਲੋੜ ਹੈ, ਰੱਸਾ ਲੈ ਕੇ ਇਸ ਪਾਸੇ ਨੂੰ ਆਓ। ਉਤੋਂ ਸਮੀਪ ਪਹੁੰਚੇ ਜਾਏ, ਧਾਏ ਤਾਏ ਸਿਖਿਆਣ ਮਿਲਾਏ। ਧੰਨ ਗੁਰੂ ਅਰਜਨ ਦੇਵ ਜੀ ਦੇ ਤੇਜ਼ੀ ਦੇ ਨਾਲ ਚੱਲਦੇ ਹੋਏ ਪਹੁੰਚ ਗਏ ਜਿੱਥੇ ਖੂਹ ਦੇ ਵਿੱਚ ਭਾਈ ਮੰਝ ਡਿੱਗੇ ਨੇ, ਔਰ ਗੁਰੂ ਕੇ ਸਿੱਖ ਵੀ ਪਿੱਛੇ ਦੌੜਦੇ ਹੋਏ, ਭੱਜਦੇ ਹੋਏ ਗੁਰੂ ਦੇ ਨਾਲ ਹੀ ਪਿੱਛੇ ਪਹੁੰਚ ਗਏ। ਕੋਪ ਤੇਰ ਥਿਤ ਹੋਏ ਉਚਾਰਾ, ਕੌਣ ਹੈ ਤੂੰ ਸੰਕਟ ਮਝਾਰਾ। ਹੁਣ ਧੰਨ ਗੁਰੂ ਅਰਜਨ ਦੇਵ ਜੀ ਜਾਣਦੇ ਨੇ, ਨਾਲ ਸਿੱਖ ਨੇ, ਜਿਤਾਇਆ ਫਿਰ ਨਹੀਂ ਕਿ ਭਾਈ ਮੰਝ ਤੂੰ ਖੂਹ 'ਚ ਡਿੱਗਿਆ ਹੈ। ਸਤਿਗੁਰੂ ਨੇ ਆਵਾਜ਼ ਮਾਰੀ, ਭਾਈ ਕੌਣ ਹੈ ਤੂੰ, ਖੂਹ ਦੇ ਵਿੱਚ ਕੌਣ ਹੈ। ਸਿਰ ਦੇ ਉੱਤੇ ਭਾਰ ਵੀ ਚੁੱਕਿਆ ਹੋਇਆ ਹੈ। ਕਾਸ਼ਟ ਭਾਰ ਸਿਸ ਪਰ ਧਰਿਓ, ਕਿਉਂ ਨਾ ਗੇਰਤ ਜਲ ਮਹਿ ਖਰਿਓ। ਕਿ ਭਾਈ ਤੂੰ ਐਡਾ ਭਾਰ ਸਿਰ ਦੇ ਉੱਤੇ ਚੁੱਕਿਆ, ਲੱਕੜਾ ਸੁੱਟ ਕਿਉਂ ਨਹੀਂ ਦਿੰਦਾ। ਖੂਹ ਦੇ ਵਿੱਚ ਤੂੰ ਭਾਰ ਚੁੱਕ ਕੇ ਖੜਾ ਹੈ, ਇਹਨਾਂ ਲੱਕੜਾਂ ਨੂੰ ਥੱਲੇ ਸੁੱਟ। ਕਹਿਓ ਮੰਝ ਹੈ ਮੇਰੋ ਨਾਮ, ਸੇਵਕ ਸ਼੍ਰੀ ਸਤਿਗੁਰ ਕੇ ਧਾਮ। ਪਰ ਭਾਈ ਮੰਝ ਨੂੰ ਨਹੀਂ ਪਤਾ ਕਿ ਇਹ ਆਵਾਜ਼ ਮਾਰਨ ਵਾਲਾ ਕੋਈ ਹੋਰ ਨਹੀਂ, ਇਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪ ਹੀ ਨੇ। ਭਾਈ ਮੰਝ ਨੇ ਥੱਲੇ ਆਵਾਜ਼ ਦਿੱਤੀ ਕਿ ਮੇਰਾ ਨਾਮ ਮੰਝ ਹੈ ਤੇ ਮੈਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਦਾ ਸੇਵਕ ਆ, ਛੋਟਾ ਜਿਹਾ। ਇਤਨੇ ਮੈਂ ਰੱਜੂ ਨਰ ਲਿਆਏ,
ਗੁਰਹਿਤ ਅਸਵਾਰੀ ਲੈ ਆਏ। ਇਹਨੇ ਵਿੱਚ ਗੁਰੂ ਕੇ ਸਿੱਖ ਜਿਹੜਾ ਰੱਸਾ ਵੀ ਲੈ ਕੇ ਪਹੁੰਚ ਗਏ। ਕੁਝ ਸੇਵਕ ਗੁਰੂ ਸਾਹਿਬ ਦੇ ਵਾਸਤੇ ਅਸਵਾਰੀ ਪਾਲਕੀ ਲੈ ਕੇ ਆਏ ਨੇ ਕਿ ਸਤਿਗੁਰੂ ਜੀ ਨੇ ਕਿਤੇ ਜਾਣਾ ਹੋਏਗਾ, ਪਾਲਕੀ 'ਚ ਬਿਠਾਵਾਂਗੇ। ਜ਼ੀਨ ਉਤਰੰਗ ਪਾਏ ਕਰ ਤੂਰਨ, ਸੇਵਕਾ ਲਿਆਏ ਜਹ ਗੁਰ ਪੂਰਨ। ਔਰ ਜਿਹੜੇ ਸੇਵਕ ਨੇ ਸਿੱਖ ਨੇ ਇੰਨਾ ਧਿਆਨ ਰੱਖਦੇ ਨੇ ਜੇ ਗੁਰੂ ਸਾਹਿਬ ਜੀ ਪਾਲਕੀ ਵਿੱਚ ਨਾ ਬੈਠਣ, ਘੋੜਾ ਵੀ ਤਿਆਰ ਕਰਕੇ ਲਿਆਏ ਨੂੰ ਤੇ ਜੀਂਦ ਪਾ ਕੇ ਲਿਆਏ ਨੇ। ਕਾਠੀ ਸੋਹਣੀ ਪਾਈ ਕਿ ਗੁਰੂ ਸਾਹਿਬ ਨੇ ਜਾਣਾ, ਜਿਹੜੀ ਸਵਾਰੀ ਤੇ ਬੈਠਣ ਉਹੀ ਤਿਆਰ ਹੋ ਗਈ। ਇੱਕ ਪਾਲਕੀ ਤੇ ਇੱਕ ਘੋੜਾ ਲੈ ਕੇ ਆਏ ਨੇ। ਦਾਮਣ ਕੋਪ ਬਿਕੈ ਲਟਕਾਏ, ਕਹੋ ਕਿ ਕਹੇ ਆਵੋ ਉਪਰਾਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਆਪਣੇ ਹੱਥਾਂ ਦੇ ਨਾਲ ਫੜ ਕੇ ਰੱਸਾ ਖੂਹ ਦੇ ਵਿੱਚ ਸੁੱਟਿਆ। ਕਹਿੰਦੇ ਭਾਈ ਮੰਝ ਇਸ ਲੱਕੜਾਂ ਨੂੰ ਸੁੱਟ ਥੱਲੇ ਆ ਜਾ, ਉੱਤੇ ਰੱਸੇ ਨੂੰ ਫੜ, ਉੱਤੇ ਆ ਬਾਹਰ ਆ ਜਾ। ਪੂਰਬ ਭਾਰ ਨਿਕਾਸਨ ਕਰੋ, ਰਹਿ ਸ਼ੁਸ਼ਕ ਨਹਿ ਜੇ ਅਬ ਤਰੋ। ਪਰ ਭਾਈ ਮੰਝ ਨੂੰ ਹਜੇ ਵੀ ਪਤਾ ਨਹੀਂ ਲੱਗਿਆ ਕਿ ਧੰਨ ਗੁਰੂ ਅਰਜਨ ਦੇਵ ਜੀ ਆਪ ਨੇ। ਭਾਈ ਮੰਝ ਥੱਲਿਓਂ ਆਵਾਜ਼ ਦੇ ਕੇ ਕਹਿੰਦੇ ਨੇ ਭਾਈ ਕੋਈ ਨਹੀਂ, ਰੱਸਾ ਥੱਲੇ ਸੁੱਟੋ, ਪਹਿਲੋਂ ਇਹ ਲੱਕੜਾਂ ਨੇ, ਇਹ ਸੁੱਕੀਆਂ ਨੇ, ਪਹਿਲੋਂ ਇਹਨਾਂ ਨੂੰ ਬਾਹਰ ਕੱਢੋ, ਮੈਂ ਬਾਅਦ ਵਿੱਚ ਆ ਜਾਵਾਂਗਾ। ਇਹ ਨਾ ਗਿੱਲੀਆਂ ਹੋ ਜਾਣ, ਸੁੱਕੀਆਂ ਰਹਿਣ। ਪੁਨ ਪਿੱਛੇ ਮੁਝ ਲਿਹੋ ਨਿਕਾਸ, ਲੈ ਇੰਦਨ ਚਲਹੁ ਗੁਰ ਪਾਸ। ਕਿ ਭਾਈ ਮੇਰੇ ਤੇ ਪਰਉਪਕਾਰ ਕਰੋ, ਪਹਿਲੋਂ ਲੱਕੜਾਂ ਨੂੰ ਬਾਹਰ ਖਿੱਚੋ, ਮੈਂ ਬੰਨ੍ਹ ਦਿੰਦਾ। ਇਹ ਸੁੱਕੀਆਂ ਰਹਿ ਜਾਣਗੀਆਂ, ਫਿਰ ਬਾਅਦ ਵਿੱਚ ਮੈਨੂੰ ਕੱਢ ਲਿਓ। ਲੱਕੜਾਂ ਲੈ ਕੇ ਮੈਂ ਗੁਰੂ ਸਾਹਿਬ ਦੇ ਘਰ ਜਾਣਾ ਹੈ, ਲੰਗਰ ਵਿੱਚ ਲੱਕੜਾਂ ਦੇਣੀਆਂ ਨੇ। ਰਜੋ ਸੰਗ ਬੰਦ ਕਰ ਪਹਰਾ, ਖੈਂਚ ਵਹਿਰ ਕੋ ਨਰ ਨਿਕਾਰਾ। ਔਰ ਫਿਰ ਐਸੇ ਗੁਰੂ ਕੇ ਸਿੱਖ ਨੂੰ ਧੰਨ ਕਹਿਣ ਨੂੰ ਜਿੱਤ ਕਰਦਾ ਕਿ ਨਹੀਂ ਜੀ। ਭਾਈ ਮੰਝ ਜੀ ਧੰਨ ਨੇ ਨਾ ਕਿ ਆਪ ਨਹੀਂ ਨਿਕਲੇ, ਪਹਿਲੋਂ ਕਹਿੰਦੇ ਰੱਸੀ ਦੇ ਨਾਲ ਉਹ ਲੱਕੜਾਂ ਬੰਨੀਆਂ। ਪਹਿਲੋਂ ਲੱਕੜਾਂ ਨੂੰ ਗੁਰੂ ਸਾਹਿਬ ਨੇ ਆਪ ਨਾਲ ਸਿੱਖ ਲੱਗੇ ਨੇ ਉਹ ਲੱਕੜਾਂ ਬਾਹਰ ਖਿੱਚੀਆਂ ਕਿ ਭਾਈ ਇਹਨੇ ਮੰਨਣਾ ਨਹੀਂ, ਪਹਿਲੋਂ ਲੱਕੜਾ ਹੀ ਕੱਢੇਗਾ। ਪਿੱਛੇ ਤੇ ਦਾਮਣ ਗਹਿ ਹਾਥ, ਨਿਕਸੋ ਤਿਆਗ ਕੂਪ ਬਲ ਸਾਥ। ਲੱਕੜਾਂ ਬਾਹਰ ਕੱਢੀਆਂ, ਦੁਬਾਰੇ ਫਿਰ ਰੱਸਾ ਵਿੱਚ ਸੁੱਟਿਆ। ਭਾਈ ਮੰਝ ਨੇ ਫਿਰ ਆਪਣੇ ਹੱਥਾਂ ਦੇ ਨਾਲ ਉਹ ਰੱਸਾ ਫੜਿਆ। ਕੁਝ ਰੱਸਾ ਆਪਣੇ ਲੱਕ ਦੇ ਨਾਲ ਬੰਨਿਆ ਤੇ ਜ਼ੋਰ ਲਾ ਕੇ ਫਿਰ ਰੱਸੇ ਨਾਲ, ਕੁਝ ਬਾਹਰੋਂ ਸਿੱਖਾਂ ਨੇ ਖਿੱਚਿਆ, ਕੁਝ ਭਾਈ ਮੰਝ ਨੇ ਆਪਣੇ ਹੱਥਾਂ ਦਾ ਸਹਾਰਾ ਲਾਇਆ। ਖੂਹ ਦੇ ਵਿੱਚੋਂ ਬਲ ਬਾਹਰ ਨਿਕਲੇ। ਸ੍ਰੀ ਅਰਜਨ ਠਾਂਡੇ ਟਿਕ ਦੇਖ, ਪਾਇਣ ਪਰਿਓ ਸੋ ਪ੍ਰੇਮ ਵਿਸ਼ੇਖ। ਭਾਈ ਮੰਝ ਜਦੋਂ ਬਾਹਰ ਆਏ ਤੇ ਸਾਹਮਣੇ ਕੀ ਵੇਖਿਆ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਹੀ ਆਏ ਨੇ। ਔਰ ਉਹ ਜਿਹੜੀ ਪ੍ਰੇਮ ਦੀ ਧਾਰਾ ਸੀ ਨਾ, ਉਹ ਅੱਖਾਂ ਦੇ ਵਿੱਚੋਂ ਜਲ ਬਣ ਕੇ ਵਹਿ ਤੁਰੀ ਕਿ ਸਤਿਗੁਰੂ ਜੀ ਆਪਣੇ ਸੇਵਕਾਂ ਦੇ ਵਾਸਤੇ ਤੁਸੀਂ ਆਪ ਚੱਲ ਕੇ ਆਏ ਹੋ, ਤੁਸੀਂ ਆਪ ਬਾਹਰ ਕੱਢਿਆ ਹੈ। ਇਹ ਕੁਛ ਨਹੀਂ ਨਾਰਾਵਰ ਬਾਤ, ਸਿੱਖਣ ਕੇ ਸਹਾਏ ਦਿਨ ਰਾਤ। ਹੁਣ ਭਾਈ ਮੰਝ ਨੇ ਜਦੋਂ ਮੱਥਾ ਟੇਕਿਆ ਹੈ, ਅੱਖਾਂ ਦੇ ਵਿੱਚੋਂ ਜਲ ਤੇ ਹੈ ਹੀ, ਨਾਲ ਪ੍ਰਸੰਨ ਵੀ ਬੜੇ ਨੇ। ਭਾਈ ਮੰਝ ਜੀ ਕਹਿੰਦੇ ਨੇ ਸਤਿਗੁਰੂ ਜੀ ਤੁਹਾਡੇ ਵਾਸਤੇ ਕੋਈ ਗੱਲ ਨਵੀਂ ਥੋੜ੍ਹੀ ਹੈ, ਸਿੱਖਾਂ ਦੇ ਸਹਾਈ ਤੇ ਤੁਸੀਂ ਹੁੰਦੇ ਹੀ ਹੋ, ਆਪ ਜਾ ਕੇ ਸਹਾਈ ਹੁੰਦੇ ਹੋ। ਔਰ ਸਤਿਗੁਰੂ ਜੀ ਨੇ ਪਾਵਨ ਬਚਨ ਬਾਣੀ ਦੇ ਵਿੱਚ ਕਹੇ ਨੇ, ਔਰ ਭਰੋਸੇ ਵਾਲੇ ਇਹਦੇ ਤੇ ਭਰੋਸਾ ਕਰਦੇ ਨੇ ਕਿ ਜਹ ਜਹ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠ ਧਾਵੈ। ਫਿਰ ਧਾ ਕੇ ਜਾਂਦੇ ਹੋ, ਭੱਜ ਕੇ ਜਾਂਦੇ ਹੋ, ਤੁਹਾਡੇ ਵਾਸਤੇ ਕੋਈ ਗੱਲ ਨਵੀਂ ਨਹੀਂ। ਗੱਜ ਕੋ ਕਸ਼ਟ ਭਇਓ ਜਬ ਭਾਰੇ, ਕੁਸਮ ਅਰਪਕਾਰ ਕਰੇ ਗੁਹਾਰੇ। ਕਿ ਸਤਿਗੁਰੂ ਜੀ ਜਦੋਂ ਕਦੇ ਹਾਥੀ ਨੂੰ ਲੋੜ ਪਈ ਸੀ ਨਾ, ਕਸ਼ਟ ਵਿੱਚ ਆਇਆ ਸੀ, ਉਹਨੇ ਮਨ ਕਰਕੇ ਤੁਹਾਨੂੰ ਯਾਦ ਕੀਤਾ ਸੀ, ਤੁਸੀਂ ਤਾਂ ਉੱਥੇ ਵੀ ਪਹੁੰਚ ਗਏ ਸੀ, ਆਪ ਹੀ ਤੁਸੀਂ ਰੱਬ ਹੋ, ਤੁਸੀਂ ਉਦੋਂ ਵੀ ਜਾ ਕੇ ਉਹਨੂੰ ਬਚਾਇਆ। ਨਹਿ ਸੇਵਕ ਦੁਖ ਸਕੋ ਸਹਾਰੇ, ਸਕਤਹੀਨ ਹੈ ਸ਼ਰਨ ਤੁਮਾਰੇ। ਸਤਿਗੁਰੂ ਜੀ ਤੁਸੀਂ ਆਪਣੇ ਸੇਵਕਾਂ ਦਾ ਦੁੱਖ ਸਹਾਰ ਹੀ ਨਹੀਂ ਸਕਦੇ, ਵੇਖ ਹੀ ਨਹੀਂ ਸਕਦੇ। ਤੁਸੀਂ ਸ਼ਕਤੀਹੀਨ ਨੂੰ, ਬਲਹੀਨ ਨੂੰ ਆਪਣਾ ਬਲ ਦਿੰਦੇ ਹੋ, ਆਪਣੀ ਸ਼ਰਨ ਵਿੱਚ ਰੱਖ ਲੈਂਦੇ ਹੋ। ਲਾਜ ਦ੍ਰੋਪਤੇ ਕੇ ਰਖ ਲੈਨਸ, ਅੰਬਰੇਕ ਕੋ ਨਿਰਪੈ ਦਿਨਸ।
ਸਤਿਗੁਰੂ ਜੀ ਸਮਾਂ ਸੀ ਦ੍ਰੋਪਦੀ ਨੂੰ ਬੜਿਆਂ ਤੇ ਆਸ ਸੀ, ਪਰ ਜਦੋਂ ਸਾਰਿਆਂ ਵੱਲੋਂ ਆਸ ਟੁੱਟੀ, ਸਤਿਗੁਰੂ ਜੀ ਉਦੋਂ ਵੀ ਤੁਸੀਂ ਰੱਬ ਬਣ ਕੇ ਆਪ ਜਾ ਕੇ ਉਦੋਂ ਦ੍ਰੋਪਦੀ ਦੀ ਆਪ ਲਾਜ ਰੱਖੀ। ਇਹ ਤਾਂ ਤੁਹਾਡਾ ਮੁੱਢ ਕਦੀਮੀ ਸੁਭਾਅ ਹੈ ਕਿ ਆਪਣੇ ਸੇਵਕਾਂ ਦੀ ਤੁਸੀਂ ਆਪ ਲਾਜ ਰੱਖਦੇ ਹੋ। ਗੁਣ ਰਾਵਰ ਕੇ ਕਹੁਣ ਗਿਨਾਵੈ, ਜਿਨ ਕੋ ਸ਼ੇਸ਼ ਸ਼ਾਰਦਾ ਗਾਵੈ। ਔਰ ਭਾਈ ਮੰਝ ਜੀ ਕਹਿੰਦੇ ਨੇ, ਹੈ ਸਤਿਗੁਰੂ ਜੀ, ਮੈਂ ਅਨਪੜ੍ਹ, ਮੈਂ ਜਿੰਦੇ ਵਿੱਚ ਕੋਈ ਗੁਣ ਨਹੀਂ, ਤੁਹਾਡੇ ਗੁਣਾਂ ਨੂੰ ਕਿੱਥੇ ਗਾ ਸਕਣਾ। ਤੁਹਾਨੂੰ ਤੇ ਸ਼ਾਰਦਾ ਵਰਗੇ, ਸ਼ੇਖ ਨਾਗ ਵਰਗੇ ਸਾਰੇ ਗਾਉਂਦੇ ਨੇ। ਮਾਂਗ ਮਾਂਗ ਭਉ ਮੰਝ ਸੁਜਾਨਾ, ਹਮ ਪ੍ਰਸੰਨ ਲਿਹੁ ਬਾਂਛਤ ਦਾਨਾ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਪਹਿਲਾ ਬਚਨ ਕੀਤਾ ਤੇ ਬਚਨ ਹੀ ਕੀਤਾ, ਕਹਿੰਦੇ ਮੰਗ ਲੈ ਭਾਈ ਮੰਝ, ਅੱਜ ਮੰਗ ਲੈ, ਤੂੰ ਬੜਾ ਸਿਆਣਾ ਹੈ, ਅਸੀਂ ਤੇਰੇ ਤੇ ਬੜੇ ਪ੍ਰਸੰਨ ਹਾਂ। ਜੋ ਮੰਗੇਗਾ ਜੋ ਹੀ ਤੇਰੀ ਝੋਲੀ ਵਿੱਚ ਪਏਗਾ। ਕਾਲ ਪਰੇ ਸਭ ਤੇਰੇ ਥਾਏ, ਜਗਤ ਕਲੇਸ਼ ਛੁੱਟੇ ਸਮੁਦਾਏ। ਭਾਈ ਮੰਝ, ਅੱਜ ਤੇਰੀ ਸੇਵਾ ਜਿਹੜੀ ਹੈ ਘਾਲਣਾ ਹੈ ਉਹ ਥਾਂ ਪੈ ਗਈ ਹੈ। ਅੱਜ ਤੋਂ ਹੁਣ ਤੋਂ ਤੇਰੇ ਜਗਤ ਦੇ ਸਾਰੇ ਕਲੇਸ਼ ਕੱਟੇ ਗਏ। ਸਤਿਗੁਰੂ ਜੀ ਕਹਿੰਦੇ ਨੇ, ਕੱਲੇ ਜਗਤ ਦੇ ਨਹੀਂ, ਲੋਕ ਤੇ ਸੁਹੇਲਾ ਹੋਇਆ, ਪਰਲੋਕ ਵੀ ਸੁਹੇਲਾ ਹੋ ਗਿਆ। ਤੂੰ ਮੰਗ। ਬੋਲਿਓ ਮੰਝ ਕਰੀ ਅਰਦਾਸ, ਇਹੀ ਮੰਗੋ ਰਾਵਰ ਪਾਸ। ਔਰ ਭਾਈ ਮੰਝ ਨੇ ਫਿਰ ਜੋ ਕੁਛ ਮੰਗਿਆ, ਭਾਈ ਮੰਝ ਕਹਿੰਦੇ ਨੇ ਹੱਥ ਜੋੜ ਕੇ, ਸਤਿਗੁਰੂ ਜੀ ਮੰਗਣਾ ਤੇ ਜ਼ਰੂਰ ਹੈ, ਤੇ ਮੇਰੇ ਆਪ ਜੀ ਦੇ ਚਰਨਾਂ ਵਿੱਚ ਮੰਗ ਇੱਕੋ ਹੀ ਹੈ। ਸਭ ਤੈ ਰਹੋ ਅਜਾਚੇ ਜੈਸੇ, ਸਤਨਾਮ ਬਿਨ ਚਹੂ ਨ ਕੈਸੇ। ਬਸ ਕਿਰਪਾ ਕਰਕੇ ਉਹ ਦਾਨ ਦਿਓ ਕਿ ਅੰਦਰ ਮੰਗਣ ਵਾਲੀ ਜਿਹੜੀ ਭਾਵਨਾ ਕਦੇ ਆਵੇ ਹੀ ਨਾ। ਸਭ ਤੇ ਰਹੋ ਅਜਾਚੀ, ਕਦੇ ਮੰਗਣ ਵਾਲਾ ਸੁਭਾਅ ਬਣੇ ਹੀ ਨਾ। ਬਸ ਇੱਕੋ ਹੀ ਕਿਰਪਾ ਕਰੋ, ਸਤਨਾਮ ਬਿਨ ਚਹੂ ਨ ਕੈਸੇ। ਸਤਨਾਮ ਵਾਹਿਗੁਰੂ ਤੋਂ ਬਿਨਾਂ, ਸਿਮਰਨ ਤੋਂ ਬਿਨਾਂ, ਤੁਹਾਡੇ ਪ੍ਰੇਮ ਤੋਂ ਬਿਨਾਂ ਹੋਰ ਮੇਰੇ ਅੰਦਰ ਕਿਸੇ ਤਰ੍ਹਾਂ ਦੀ ਚਾਹਤ ਆਵੇ ਹੀ ਨਾ। ਤੁਮਰੇ ਪਦ ਅਰਬਿੰਦ ਮਨੰਦ, ਮਮ ਮਾਨਸ ਮਹਿ ਦਿਪੋ ਮੁਕੰਦ। ਸਤਿਗੁਰੂ ਜੀ ਤੁਹਾਡੇ ਚਰਨ ਕਵਲ ਦੇ ਫੁੱਲ ਵਰਗੇ ਨੇ, ਤੁਸੀਂ ਮੁਕਤੀ ਦਾਤੇ ਹੋ। ਸਤਿਗੁਰੂ ਜੀ ਤੁਸੀਂ ਅਗਿਆਨੀਆਂ ਨੂੰ ਅਗਿਆਨ ਦਾ ਚਾਨਣ ਬਖਸ਼ਣ ਵਾਲੇ ਹੋ। ਸ੍ਰੀ ਅਰਜਨ ਸੁਣ ਪੁਨੇ ਬਖਾਨਾ, ਅਪਰ ਮੰਗ ਭਉ ਸਿੱਖ ਮਹਾਨਾ। ਸਤਿਗੁਰੂ ਜੀ ਨੇ ਫਿਰ ਬਚਨ ਕੀਤੇ, ਭਾਈ ਸਤਨਾਮ ਵਾਹਿਗੁਰੂ ਦਾ ਸਿਮਰਨ ਤੇ ਤੇਰੇ ਅੰਦਰ ਟਿਕ ਗਿਆ ਹੈ, ਇਹ ਤੇ ਬਿਨਾਂ ਮੰਗਿਆ ਤੈਨੂੰ ਮਿਲ ਗਿਆ ਹੈ। ਭਾਈ ਮੰਝ ਹੋਰ ਕੁਝ ਮੰਗ, ਹੋਰ ਮੰਗ। ਗੁਰ ਜੀ ਦਾਸਨ ਪਰ ਅਸ ਭੀਰ, ਸਭ ਨਾ ਸਕੈ ਸਹਿ ਹੋਏ ਅਧੀਰ। ਤੇ ਹੁਣ ਭਾਈ ਮੰਝ ਨੇ ਜੋ ਕੁਛ ਮੰਗਿਆ ਨਾ ਜੀ, ਅਸੀਂ ਸਿਰਫ ਪੜ੍ਹਦੇ ਹਾਂ, ਕਿਉਂਕਿ ਸਾਡੀ ਅਰਦਾਸ ਦੀ ਸੰਪੂਰਨਤਾ ਤੇ ਇੱਥੇ ਹੁੰਦੀ ਹੈ ਨਾ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਪਰ ਕਦੇ ਨਹੀਂ ਵਿਚਾਰ ਕੀਤੀ ਕਿ ਨਾਲ ਦਾ ਥੋੜ੍ਹਾ ਜਿਹਾ ਕਿਤੇ ਅੱਗੇ ਲੰਘਣ ਲੱਗੇ ਤੇ ਯਤਨ ਇਹ ਕਰਦੇ ਨੇ ਕਿ ਇਹਦੀ ਲੱਤ ਖਿੱਚੋ, ਇਹਨੂੰ ਪਿੱਛੇ ਰੱਖੋ, ਆਪ ਭਾਵੇਂ ਉਸ ਤੋਂ ਵੀ ਪਿੱਛੇ ਚਲਾ ਜਾਏ ਬੰਦਾ। ਇਹ ਭਲਾ ਇਸ ਤਰ੍ਹਾਂ ਮੰਗੀਦਾ ਜੀ। ਪਰ ਭਾਈ ਮੰਝ ਨੇ ਸੱਚਮੁੱਚ ਭਲਾ ਮੰਗਿਆ ਜੀ। ਔਰ ਦੇਖੋ ਫਿਰ ਬੇਨਤੀ ਕਰਦੇ, ਇਹ ਕੇਵਲ ਸਰਕਾਰੀ ਦਫ਼ਤਰਾਂ ਦੀ, ਪ੍ਰਾਈਵੇਟ ਦਫ਼ਤਰਾਂ ਦੀ ਜਾਂ ਬਾਹਰ ਦੀ ਗੱਲ ਨਹੀਂ ਹੋਵੇ, ਭਾਵੇਂ ਸਿੱਖ ਭਾਵੇਂ ਬਿਜ਼ਨਸਮੈਨ ਹੋਵੇ, ਕੇਵਲ ਬਾਹਰ ਦੀ ਗੱਲ ਨਹੀਂ। ਤੇ ਗੁਰੂ ਘਰਾਂ ਦੇ ਵਿੱਚ ਵੀ ਕੁਛ ਹੁੰਦਾ ਹੈ। ਮੰਗਣੇ ਸੀ ਸਰਬੱਤ ਦਾ ਭਲਾ ਹੈ, ਪਰ ਪੜ੍ਹਦੇ ਹੀ ਅਸਲ ਵਿੱਚ ਮੰਗਦੇ ਨਹੀਂ। ਭਾਈ ਮੰਝ ਨੇ ਮੰਗਿਆ ਭਲਾ ਜੀ। ਭਾਈ ਮੰਝ ਕਹਿੰਦੇ ਨੇ, ਸਤਿਗੁਰੂ ਜੀ ਜੇ ਤੁਸੀਂ ਦੇਣਾ ਹੀ ਚਾਹੁੰਦੇ ਹੋ ਤਾਂ ਕਿਰਪਾ ਕਰੋ, ਆਪਣੇ ਦਾਸਾਂ ਤੇ ਆਪਣੇ ਸੇਵਕਾਂ ਤੇ ਇਹੋ ਜਿਹੀ ਕਸੌਟੀ ਨਾ ਲਾਇਓ, ਇਵੇਂ ਦੇ ਪਰਚੇ ਨਾ ਪਾਇਓ, ਕਿਉਂਕਿ ਸਾਡੇ ਵਰਗੇ ਤੇ ਥੋੜ੍ਹਾ ਜਿਹਾ ਪਰਚਾ ਪਵੇ ਤੇ ਫੇਲ ਹੋ ਜਾਈਏ, ਤੇ ਐਡਾ ਵੱਡਾ ਪਰਚਾ ਕਿੱਥੋਂ ਪਾਸ ਕਰਨਾ ਹੈ। ਸੁਣੋ ਮੰਝ ਕੰਚਨ ਮਲ ਮਿਲਿਓ, ਕਟੇ ਸੋ ਜਿਉਂ ਜਿਉਂ ਅਗਣੀ ਢਲਿਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਮੁਸਕਰਾ ਪਏ ਤੇ ਹੱਸਦੇ ਹੋਏ ਕਹਿੰਦੇ ਨੇ, ਮੰਝ ਸੁਣ, ਜਿਵੇਂ ਸੋਨੇ ਦੇ ਵਿੱਚ ਮੈਲ ਮਿਲੀ ਹੁੰਦੀ ਹੈ ਨਾ,
ਤੇ ਸੋਨੇ ਨੂੰ ਜਿਵੇਂ ਜਿਵੇਂ ਕੋਈ ਥਾਲੀ ਦੇ ਵਿੱਚ ਪਾ ਕੇ ਢਾਲੀਦਾ ਹੈ, ਉਹਦੀ ਮੈਲ ਦੂਰ ਹੁੰਦੀ ਹੈ। ਤਾਉ ਕਸੌਟੇ ਤੇ ਸੁਧ ਹੋਏ, ਕੋਸ ਵਿਖੇ ਲੈ ਪਈਅਤ ਸੋਏ। ਭਾਈ ਕਸੌਟੇ ਤੇ ਉਹ ਸੋਨਾ ਖਰਾ ਤਾਂ ਉਤਰਦਾ, ਤੇ ਇਸ ਕਸੌਟੇ ਤੇ ਵੀ ਸੋਨੇ ਦੇ ਤਰ੍ਹਾਂ ਗੁਰੂ ਕਾ ਸਿੱਖ ਅੰਦਰੋਂ ਸ਼ੁੱਧ ਹੋਵੇ, ਇਹ ਕਸੌਟੀ ਤਾਂ ਲਾਉਣੀ ਪੈਂਦੀ ਹੈ। ਜੋ ਸਤਿਗੁਰ ਕੇ ਸਿੱਖ ਉਧਾਰੇ, ਮੋਖ ਕੋਸ਼ ਤੇ ਉਚਿਤ ਸੁਧਾਰੇ। ਸਤਿਗੁਰੂ ਜੀ ਕਹਿੰਦੇ ਨੇ ਭਾਈ ਮੰਝ ਜਿਹੜੇ ਸਤਿਗੁਰੂ ਦੇ ਸਿੱਖ ਨੇ ਨਾ, ਜਿਹੜੇ ਉੱਤਮ ਸਿੱਖ ਨੇ, ਉਹ ਮੁਕਤੀ ਦੇ ਖਜ਼ਾਨੇ ਆਪ ਹੀ ਨੇ, ਪਰ ਇੱਕ ਕਸੌਟੀ ਤੇ ਲਾਉਣੀ ਪੈਂਦੀ ਹੈ। ਕਰੀਅਤ ਹੈ ਸੋ ਆਪਣ ਸਰੂਪ, ਜਿਸ ਮੈਂ ਪਈਅਤ ਆਨੰਦ ਅਨੂਪ। ਕਿਉਂਕਿ ਸਿੱਖਾਂ ਨੂੰ ਅਸੀਂ ਆਪਣਾ ਸਰੂਪ ਬਣਾਉਣਾ ਹੈ, ਸਿੱਖਾਂ ਨੂੰ ਅਸੀਂ ਆਪਣੇ ਵਰਗਾ ਬਣਾਉਣਾ ਹੈ। ਪਰ ਜਦੋਂ ਸਿੱਖ ਨੂੰ ਕਿਤੇ ਗੱਲ ਦੱਸੀ ਜਾਂਦੀ ਕਿ ਭਾਈ ਜੇ ਗੁਰੂ ਦੇ ਗੁਣ ਗਾਉਣਾ ਹੈ ਤਾਂ ਗੁਰੂ ਵਰਗਾ ਬਣਨਾ ਵੀ ਹੈ, ਕੋਈ ਪ੍ਰਚਾਰਕ ਇਹ ਗੱਲ ਕਹਿ ਦੇ ਕਿ ਗੁਰੂ ਵਰਗਾ ਬਣਨਾ ਹੈ, ਉਹਨੂੰ ਕਿਹਾ ਜਾਂਦਾ ਹੈ ਤੇ ਗੁਰੂ ਦਾ ਦੁੱਖ ਹੀ ਹੈ। ਅਸੀਂ ਗੁਰੂ ਦੀ ਰੀਸ ਕਰ ਸਕਦੇ ਹਾਂ, ਪਰ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਗੁਰੂ ਗੋਬਿੰਦ ਸਿੰਘ ਜੀ ਕਹਿ ਕੇ ਗਏ ਨੇ ਵੀ ਖਾਲਸਾ ਜੀ ਤੁਸੀਂ ਮੇਰੇ ਖਾਸ ਰੂਪ ਜੇ, ਫਿਰ ਕਿਉਂ ਨਹੀਂ ਕਰ ਸਕਦੇ ਜੀ? ਫਿਰ ਕਿਉਂ ਨਹੀਂ ਉਸ ਰਾਹ 'ਤੇ ਚੱਲ ਸਕਦੇ? ਅਸੀਂ ਚੱਲਣ ਦਾ ਯਤਨ ਹੀ ਨਹੀਂ ਕਰਦੇ। ਸੌਖੀ ਗੱਲ ਇਹ ਹੈ ਕਿ ਇਹ ਕਹਿ ਕੇ ਪੱਲਾ ਝਾੜ ਦਿਓ, ਅਸੀਂ ਗੁਰੂ ਦੀ ਰੀਸ ਥੋੜ੍ਹੀ ਕਰ ਸਕਦੇ ਹਾਂ। ਪਰ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਭਾਈ ਮੰਝ ਅਸੀਂ ਆਪਣੇ ਸਿੱਖਾਂ ਨੂੰ ਆਪਣੇ ਵਰਗਾ ਬਣਾਉਣਾ ਹੈ। ਇਹ ਕਸੌਟੀਆਂ ਤਾਂ ਲਾਈਆਂ ਜਾਂਦੀਆਂ ਨੇ। ਇਹ ਭੇਦ ਦਿਓ ਔਰ ਲਿਓ ਜਾਚੇ, ਸੁਣੇ ਤਾਂ ਮੰਝ ਕਹਿ ਸ੍ਰੀ ਗੁਰ ਸਾਚੇ। ਪਰ ਧੰਨ ਗੁਰੂ ਅਰਜਨ ਦੇਵ ਜੀ ਅੱਜ ਪ੍ਰਸੰਨ ਇੰਨੇ ਨੇ, ਭਾਈ ਜੇ ਤੂੰ ਗੁਰੂ ਕੇ ਸਿੱਖਾਂ ਵਾਸਤੇ ਮੰਗਿਆ ਨਾ, ਅਸੀਂ ਤੈਨੂੰ ਇਹ ਵੀ ਦਿੱਤਾ। ਕਸੌਟੀ ਜ਼ਰੂਰ ਲਾਵਾਂਗੇ, ਪਰ ਇੰਨੀ ਸਖਤ ਕਸੌਟੀ ਕਦੇ ਨਹੀਂ ਲਾਵਾਂਗੇ। ਤੈਨੂੰ ਇਹ ਵੀ ਦਿੱਤਾ, ਸਿੱਖਾਂ ਵਾਸਤੇ ਮੰਗਿਆ, ਇਹ ਵੀ ਦਿੱਤਾ, ਹੋਰ ਮੰਗ। ਭਾਈ ਮੰਝ ਕੁਛ ਹੋਰ ਮੰਗੋ। ਆਪਣੋ ਸਿਦਕ ਦਾਨ ਦੇਹੁ ਸੋਏ, ਸਦਾ ਅਜਾਚੇ ਬ੍ਰਿਤ ਅਬ ਹੋਏ। ਭਾਈ ਮੰਝ ਫਿਰ ਉਹੀ ਮੰਗਦੇ ਨੇ, ਸਤਿਗੁਰੂ ਜੀ ਕਿਰਪਾ ਕਰੋ, ਆਪਣਾ ਨਾਮ ਦਿਓ ਤੇ ਸਿਦਕ ਬਖਸ਼ੋ। ਬਸ ਕਿਸੇ ਦੀ ਮੁਹਤਾਜੀ ਨਾ ਰਵੇ, ਬੇਮੁਹਤਾਜ ਤੁਸੀਂ ਹੋ ਤੇ ਬੇਮੁਹਤਾਜ ਮੈਨੂੰ ਕਰ ਦਿਓ। ਮੈਂ ਬੇਮੁਹਤਾਜ ਹੋਇਆ ਉਦੋਂ ਜਾਣਾ ਜਦੋਂ ਮੰਗਣ ਦੇ ਅੰਦਰੋਂ ਬਿਲਕੁਲ ਭਾਵਨਾ ਹੀ ਖਤਮ ਹੋ ਜਾਏ। ਸਤਿਗੁਰੂ ਜੀ ਕਿਰਪਾ ਕਰੋ, ਕਿਸੇ ਤੋਂ ਮੰਗਣਾ ਹੀ ਨਾ ਪਵੇ। ਇਮ ਕਹਿ ਚਰਨ ਬੰਦਨਾ ਠਾਨੀ, ਪ੍ਰੇਮ ਵਿਖੈ ਮਤ ਬਹੁ ਮਸਤਾਨੀ। ਕਹਿੰਦੇ ਇਸ ਤਰ੍ਹਾਂ ਕਹਿ ਕੇ ਧੰਨ ਭਾਈ ਮੰਝ ਜੀ, ਉਹਨਾਂ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ। ਸੁਣ ਸਿਰੇ ਅਰਜਨ ਜੀ ਤਿਸ ਕਾਲਾ, ਸਿੱਖ ਕੇ ਮਹਿਮਾ ਕੀਨ ਵਿਸਾਲਾ। ਕਿਉਂਕਿ ਜੇ ਇਵੇਂ ਦਾ ਸਿੱਖ ਹੋਵੇ, ਗੁਰੂ ਦਾ ਸਿੱਖ ਹੋਵੇ, ਅਸਲ ਵਿੱਚ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਸੇ ਸਿੱਖ ਨੂੰ ਕਿਹਾ ਸੀ ਨਾ ਕਿ ਖਾਲਸਾ ਮੇਰੋ ਰੂਪ ਹੈ ਖਾਸ। ਤੇ ਜੇ ਖਾਲਸਾ ਕੱਪੜੇ ਨੂੰ ਬਾਣਾ ਕਹੀ ਜਾਏ ਤੇ ਫਿਰ ਤਾਂ ਨਹੀਂ ਸਮਝ ਲੱਗਣੀ ਕਿ ਬਾਣਾ ਹੈ ਕਿਹੜਾ, ਕਿ ਗੋਲ ਦਸਤਾਰ ਵਾਲਾ ਬਾਣਾ ਹੈ, ਚੁੰਝ ਵਾਲੀ ਦਸਤਾਰ ਵਾਲਾ ਬਾਣਾ ਹੈ, ਕਿਸੇ ਨੇ ਪਿੱਛੇ ਨੂੰ ਜ਼ਿਆਦਾ ਵਧਾ ਕੇ ਬੰਨੀ ਹੈ ਉਹ ਬਾਣਾ ਹੈ, ਲੰਮਾ ਚੌੜਾ ਬਾਣਾ ਹੈ ਕਿ ਛੋਟਾ ਚੌੜਾ ਬਾਣਾ ਹੈ। ਫਿਰ ਖਾਲਸਾ ਰੂਪ ਖਾਸ ਕਿਹੜਾ ਹੋਇਆ ਜੀ? ਅਸਲ ਵਿੱਚ ਬਾਣਾ ਗੁਰੂ ਸਾਹਿਬ ਨੇ ਸਾਨੂੰ 5 ਕਕਾਰ ਦਿੱਤੇ ਨੇ, ਕੱਪੜਾ ਨਹੀਂ। ਔਰ ਕੱਪੜੇ ਦੇ ਨਾਂ 'ਤੇ ਫਿਰ ਬਾਣੇ ਅੱਡੋ ਅੱਡ ਹੋ ਗਏ, ਬਾਣਿਆਂ ਦੇ ਨਾਂ 'ਤੇ ਫਿਰ ਅੰਮ੍ਰਿਤ ਵੀ ਅੱਡੋ ਅੱਡ ਹੋ ਗਏ। ਅੰਮ੍ਰਿਤ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਹੈ, ਪਰ ਕਿਹਾ ਜਾਂਦਾ ਕਿ ਮੈਂ ਤਾਂ ਫਲਾਣੇ ਸੰਤਾਂ ਦਾ ਛਕਿਆ ਹੈ, ਫਲਾਣੀ ਸੰਪਰਦਾ ਦਾ ਛਕਿਆ ਹੈ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਨੇ ਇਸ ਸਿੱਖ ਦੀ ਫਿਰ ਉੱਥੇ ਮਹਿਮਾ ਗਾਇਨ ਕੀਤੀ ਕਿ ਸਿੱਖ ਜਿਹੜਾ ਹੋਵੇ ਤੇ ਇਵੇਂ ਦਾ ਹੀ ਹੋਵੇ। ਔਰ ਉੱਥੇ ਸਤਿਗੁਰੂ ਜੀ ਨੇ ਪਾਵਨ ਬਚਨ ਕਹੇ, ਕਹਿੰਦੇ ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬਹੁਤਾ ਜਗ ਲੰਘਣ ਹਾਰਾ। ਮੰਝ ਨੂੰ ਕਿਹਾ ਕਿ ਮੰਝ ਤੇ ਸਾਡਾ ਜਹਾਜ਼ ਹੈ, ਤੇ ਇਸ ਜਹਾਜ਼ ਦੇ ਜੇ ਸਾਰਾ ਸੰਸਾਰ ਵੀ ਚੜ੍ਹ ਜਾਏ ਤੇ ਸਾਰਾ ਸੰਸਾਰ ਹੀ ਪਾਰ ਉਤਰ ਜਾਏਗਾ। ਜੇ ਮੰਝ ਸਾਨੂੰ ਪਿਆਰਾ, ਅਸੀਂ ਮੰਝ ਨੂੰ ਪਿਆਰੇ ਹਾਂ। ਅੰਗ ਸੰਗ ਕਰ ਪ੍ਰੇਮ ਲਗਾਇਓ, ਆਤਮ ਗਿਆਨ ਤੁਰਤ ਹੀ ਪਾਇਓ। ਭਾਈ ਮੰਝ ਨੇ ਭਾਵੇਂ ਗੁਰੂ ਸਾਹਿਬ ਦੇ ਚਰਨ ਫੜੇ, ਪਰ ਧੰਨ ਗੁਰੂ ਅਰਜਨ ਦੇਵ ਜੀ ਨੇ ਭਾਈ ਮੰਝ ਨੂੰ ਬਾਹਾਂ ਤੋਂ ਚੁੱਕਿਆ,
ਕੁੱਟ ਕੇ ਛਾਤੀ ਦੇ ਨਾਲ ਲਾਇਆ, ਔਰ ਜਦੋਂ ਅੰਗ ਸੰਗ ਲਾਇਆ, ਛਾਤੀ ਨਾਲ ਲਾਇਆ, ਭਾਈ ਮੰਝ ਨੂੰ ਉਸ ਵੇਲੇ ਆਤਮ ਦਾ ਗਿਆਨ ਹੋ ਗਿਆ। ਕਹਿਓ ਮੰਝ ਤੂੰ ਅਬ ਗ੍ਰਹਿ ਜਾਏ, ਹੇਤ ਗੁਰੂ ਕੇ ਦੇਗ ਚਲਾਏ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮੰਝ ਵੀ ਹੁਣ ਤੂੰ ਚਲੇ ਜਾ, ਹੁਣ ਘਰ ਜਾ, ਹੁਣ ਤੇਰਾ ਘਰ ਹੀ ਗੁਰੂ ਦਾ ਘਰ ਹੈ, ਉੱਥੇ ਦੇਗ ਚਲਾ, ਉੱਥੇ ਲੰਗਰ ਚਲਾ। 9 ਨਿਤ ਸਿੱਧ 18 ਪਾਏ, ਕਰੋ ਸਮਾਜ ਜਿਤਕ ਮਨ ਭਾਈ। ਤੇਰਾ ਧਨ ਪਦਾਰਥ ਮਾਲ ਸਾਰਾ ਕੁਛ ਚਲਾ ਗਿਆ ਸੀ ਨਾ, ਭਾਈ ਮੰਝ ਜਾ, ਕੋਈ ਪੀਰ ਤੇਰਾ ਕੁਛ ਨਹੀਂ ਲੈ ਕੇ ਗਿਆ, ਨਾ ਕੁਛ ਲਿਜਾ ਸਕਦਾ ਹੈ। 9 ਨਿਤੀਆਂ 18 ਸਿੱਧੀਆਂ ਤੇਰੇ ਚਰਨਾਂ 'ਚ ਰਹਿਣਗੀਆਂ। ਧਨ ਪਦਾਰਥ ਜਿੰਨਾ ਤੇਰਾ ਮਨ ਵਿੱਚ ਆਉਂਦਾ ਉਹਨਾਂ ਬਣਾ। ਇਮ ਕਹਿ ਚੜ ਡੇਰਣ ਕੋ ਆਏ, ਸਮ ਮੈਂ ਜੋ ਸੋ ਜਸ ਭਇਓ ਵਿਦਤਾਏ। ਇਸ ਤਰ੍ਹਾਂ ਬਚਨ ਬਿਲਾਸ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਭਾਈ ਮੰਝ ਨੂੰ ਲੈ ਕੇ ਡੇਰੇ 'ਤੇ ਆਏ ਨੇ, ਜਿੱਥੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮਹਿਮਾ ਸੰਸਾਰ ਵਿੱਚ ਹੋਈ। ਉੱਥੇ ਭਾਈ ਮੰਝ ਦੀ ਵੀ ਜੈ ਜੈਕਾਰ ਹੋਈ। ਮੰਝ ਗਇਓ ਗ੍ਰਹਿ ਸਭ ਕੁਛ ਪਾਇਓ, ਇਸਤਰੀ ਪੁੱਤਰ ਸੁਤਾ ਗੁਣ ਗਾਇਓ। ਕਹਿੰਦੇ ਮੰਝ ਨੇ ਅੱਜ ਸਤਿਗੁਰੂ ਦੇ ਚਰਨਾਂ ਵਿੱਚ ਸਭ ਕੁਛ ਪ੍ਰਾਪਤ ਕਰ ਲਿਆ। ਭਾਈ ਮੰਝ ਆਪਣੇ ਘਰ ਗਿਆ, ਜਿਹੜੇ ਚੌਧਰੀ ਤੋਂ ਪੈਸੇ ਲਏ ਸਨ 21 ਦੇ ਬਜਾਏ ਉਹਨੂੰ ਕਹਿੰਦੇ ਭਾਵੇਂ 42 ਲੈ, 51 ਲੈ, 100 ਲੈ, ਅੱਜ ਤੋਂ ਤੇਰੀ ਗੁਲਾਮੀ ਬੰਦ। ਘਰ ਵਾਲੀ ਨੂੰ ਮਿਲਿਆ, ਜਾ ਕੇ ਧੀ ਨੂੰ ਮਿਲਿਆ। ਮਨ ਅਨੇਕ ਹੀ ਅੰਨ ਪਕਾਵੇਂ, ਗੁਰੂ ਅਰਥ ਅਰਥੀਨ ਅਚਾਵੇਂ। ਉਹ ਭਾਈ ਮੰਝ ਜਿਹੜਾ ਘਾਹ ਵੇਚ ਕੇ ਕਈ ਵਾਰੀ ਇੱਕੋ ਵਕਤ ਦੀ ਰੋਟੀ ਮਿਲਦੀ ਸੀ, ਕਈ ਵਾਰੀ ਇੱਕ ਵਕਤ ਵੀ ਨਹੀਂ ਸੀ ਮਿਲਦੀ। ਹੁਣ ਭਾਈ ਮੰਝ ਦੇ ਘਰ ਮਣ ਅਨੇਕ, ਇੱਕ ਮਣ ਨਹੀਂ, ਕਈ ਮਣ ਰੋਜ਼ ਅਨਾਜ ਪੱਕਦਾ ਹੈ। ਭਾਈ ਮੰਝ ਦੇ ਘਰ ਸਵੇਰ ਤੋਂ ਲੈ ਕੇ ਸਾਰੀ ਰਾਤ ਤੱਕ ਵੀ ਲੰਗਰ ਚੱਲਦਾ। ਕੋਈ ਰਾਤ ਵੀ ਆ ਜਾਵੇ ਤੇ ਇੱਥੇ ਗੁਰੂ ਦਾ ਘਰ ਹੀ ਬਣਾ ਦਿੱਤਾ। ਸਰਬ ਪਰਿਵਾਰ ਸੰਗ ਸੁਖ ਪਾਏ, ਭਇਓ ਮੁਕਤ ਗੁਰ ਕੇ ਗੁਣ ਗਾਏ। ਕਹਿੰਦੇ ਭਾਈ ਮੰਝ ਨੇ ਕੱਲਾ ਆਪ ਹੀ ਨਹੀਂ, ਸਣੇ ਪਰਿਵਾਰ ਆਪਣੀ ਪੀੜ੍ਹੀਆਂ ਤਾਰ ਲਈਆਂ, ਗੁਰੂ ਦੇ ਚਰਨਾਂ ਦੇ ਵਿੱਚੋਂ ਜਿਉਂਦਿਆਂ ਮੁਕਤੀ ਪ੍ਰਾਪਤ ਕਰ ਲਈ। ਸਹਿਓ ਕਸੌਟੇ ਉਤਰਿਓ ਪੂਰਾ, ਅੰਤ ਪਾਏ ਉਤਮ ਪਦ ਰੂਰਾ। ਭਾਈ ਕਸੌਟੀ ਭਾਈ ਮੰਝ ਨੇ ਸਹੀ, ਤੇ ਜੇ ਸਹਿ ਗਿਆ ਕਸੌਟੀ ਤੋਂ ਪੂਰਾ ਉਤਰਿਆ। ਕਹਿੰਦੇ ਅੰਤ ਪਾਏ ਉਤਮ ਪਦ ਰੂਰਾ, ਕਸੌਟੀ ਸਹਿ ਕੇ ਅੰਤ ਨੂੰ ਉਹ ਉੱਤਮ ਪਦਵੀ, ਸਿੱਖੀ ਦੀ ਪਦਵੀ ਭਾਈ ਮੰਝ ਨੇ ਪ੍ਰਾਪਤ ਕੀਤੀ। ਇਹ ਭਾਈ ਮੰਝ ਦਾ ਇਤਿਹਾਸ ਸੀ। ਇੱਥੇ ਅਧਿਆਇ ਵੀ ਖਤਮ ਹੈ, ਭਾਈ ਮੰਝ ਵਾਲੀ ਸਾਖੀ ਵੀ ਖਤਮ ਹੈ। ਅੱਗੇ ਭਾਈ ਬਹੋੜਾ, ਇਹਨਾਂ ਦਾ ਇਤਿਹਾਸ ਕਿ ਭਾਈ ਬਹੋੜਾ ਧੰਨ ਗੁਰੂ ਅਰਜਨ ਦੇਵ ਦੇ ਚਰਨਾਂ ਵਿੱਚ ਰਹਿ ਕੇ ਅੰਮ੍ਰਿਤ ਸਰੋਵਰ ਦੀ ਜਿਵੇਂ ਸੇਵਾ ਕਰਦੇ ਨੇ, ਇਹ ਕੌਣ ਸਨ, ਇਹ ਆਪਾਂ ਕੱਲ੍ਹ ਵਿਚਾਰਾਂਗੇ। ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ